केम शो नमस्ते सत श्री अकाल आदाब के मुनाशन प्यारे दोस्तों प्यारे दर्शकों आप जी का निੱਘਾ स्वागत हैगा आ ਜਿਹੜਾ ਇਹ ਅਸੀਂ ਸ਼ੋਅ ਸ਼ੁਰੂ ਕੀਤਾ ਹੈਗਾ ਆ ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ। ਪਿਛਲੇ ਹਫਤੇ ਆਪਾਂ ਅਸਾਈਲਮ ਕੇਸ ਦੀਆਂ ਗੱਲਾਂ ਕੀਤੀਆਂ ਸੀਗੀਆਂ ਕਿਉਂਕਿ ਹੁਣ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਾਰੇ ਸਵਾਲ ਲੋਕਾਂ ਦੇ ਹਨ ਕਿਉਂਕਿ ਫਲਾਈਟਾਂ ਵੀ ਖੁੱਲ੍ਹ ਰਹੀਆਂ ਹਨ। ਉਸ ਤੋਂ ਬਾਅਦ ਕੋਈ ਪੁੱਛ ਰਿਹਾ ਹੈਗਾ ਕਿ ਸਾਡੇ ਸਪਾਂਸਰਸ਼ਿਪਸ ਕਿੱਦਾਂ ਹੋਣਗੀਆਂ, ਸਾਡੇ ਅਸਾਈਲਮ ਦੇ ਕੇਸ ਕਿਸ ਤਰੀਕੇ ਨਾਲ ਹੋਣਗੇ। ਬਹੁਤ ਸਾਰੇ ਕੁਐਸਚਨ ਜਿਹੜੇ ਹੈਗੇ ਆ ਉਹ ਸਾਡੇ ਕੋਲ ਔਰ ਅਟਾਰਨੀ ਨਰੇਸ਼ ਦੇ ਕੋਲ ਵੀ ਪਹੁੰਚ ਰਹੇ ਨੇ ਗੇਹੀ ਦੇ ਕੋਲ, ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ ਦੇ ਉੱਤੇ। ਸੋ ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ ਦੀ ਟੀਮ ਸਾਡੇ ਨਾਲ ਜੁਆਇਨ ਕਰ ਰਹੀ ਹੈਗੀ ਆ। ਅੱਜ ਵੀ ਸੇਮ ਉਹੀ ਸਾਡੇ ਗੈਸਟ ਟੀਮ ਮੈਂਬਰ ਹੈਗੇ ਆ ਉਰਵਾ ਐਂਡ ਸ਼ੀਮਾ। ਸੋ ਆਓ ਆਪਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹੈਗੇ ਆ, ਫਿਰ ਆਪਾਂ ਉਹਨਾਂ ਨਾਲ ਕਰਦੇ ਹੈਗੇ ਗੱਲਬਾਤ, ਸਾਡੇ ਕੁਐਸਚਨ ਕੀ ਹੈਗੇ ਆ। ਪਰ ਉਸ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈਗਾ ਕਿ ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ ਦੀਆਂ ਅਲੱਗ-ਅਲੱਗ ਜਗ੍ਹਾ 'ਤੇ ਆਫਿਸਿਸ ਹੈਗੀਆਂ ਆ। ਹਰੇਕ ਲਈ ਬਹੁਤ ਕਨਵੀਨੀਅੰਟ ਹੈਗਾ। ਕਿਸੇ ਟਾਈਮ ਦੇ ਉੱਤੇ ਹੁੰਦਾ ਸੀਗਾ ਕੁਈਨਸ ਦੇ ਵਿੱਚ ਸੀਗੀ ਤਾਂ ਜੇ ਮੰਨ ਲਓ ਜੈਕਸਨ ਹਾਈਟ ਵਾਲੇ ਬੰਦੇ ਹੈਗੇ ਆ ਉਹਨਾਂ ਨੂੰ ਟ੍ਰੇਨ ਫੜਨੀ ਆ, ਕਿਹੜੀ ਟ੍ਰੇਨ 'ਚ ਜਾਣਾ ਆ, ਕਿਹੜੀ ਬੱਸ ਲੈਣੀ ਹੈਗੀ ਆ, ਜਾਂ ਰਿਚਮੰਡ ਹਿੱਲ ਵਾਲੇ ਬੰਦਿਆਂ ਨੂੰ ਹੁੰਦਾ ਸੀਗਾ ਅਸੀਂ ਕਿੱਦਾਂ ਜਾਣਾ ਹੈਗਾ, ਜਾਂ ਜਮੈਕਾ ਸਾਈਡ ਦੇ ਉੱਤੇ ਜਾਂ ਬਰੁਕਲਿਨ ਸਾਈਡ ਦੇ ਉੱਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹੁੰਦਾ ਸੀਗਾ ਅਸੀਂ ਪਹੁੰਚਣਾ ਕਿੱਦਾਂ ਹੈਗਾ। ਪਰ ਹੁਣ ਇੰਨਾ ਕਨਵੀਨੀਅੰਟ ਹੋ ਗਿਆ ਕਿ ਜਿਹੜੇ ਜੈਕਸਨ ਹਾਈਟ ਸਾਈਡ ਦੇ ਉੱਤੇ ਲੋਕ ਹੈਗੇ ਆ ਉਹ ਜੈਕਸਨ ਹਾਈਟ ਦੇ ਆਫਿਸ ਵਿੱਚ ਜਾ ਸਕਦੇ ਹੈਗੇ ਆ। ਜਿਹੜੇ ਰਿਚਮੰਡ ਹਿੱਲ ਦੇ ਵਿੱਚ ਹੈਗੇ ਆ ਕੁਈਨਸ ਦੇ ਵਿੱਚ ਤਾਂ ਉਹ ਉੱਥੇ ਲਿਬਰਟੀ ਐਵਨਿਊ 'ਤੇ ਜਾ ਸਕਦੇ ਹੈਗੇ ਆ। ਜਿਹੜੇ ਜਮੈਕਾ ਸਾਈਡ ਦੇ ਹੈਗੇ ਉਹ ਜਮੈਕਾ ਜਾ ਸਕਦੇ ਆ। ਪਰ ਜਿਹੜਾ ਪਹਿਲਾ ਆਫਿਸ ਹੈਗਾ ਕੁਈਨਸ ਦੇ ਵਿੱਚ ਤਾਂ ਕੁਈਨਸ ਬੁਲੇਵਾਰਡ 'ਤੇ ਉੱਥੇ ਤਾਂ ਸਾਰੇ ਜਾਂਦੇ ਹੈਗੇ ਆ। ਲੋਕੇਸ਼ਨ ਜਿਹੜੀਆਂ ਹੈਗੀਆਂ ਆ ਓਜ਼ਨ ਪਾਰਕ ਦੇ ਵਿੱਚ ਹੈਗੀ ਆ। ਲਿਬਰਟੀ ਐਵਨਿਊ ਜਿਹੜਾ 104 ਸਟਰੀਟ ਹੈਗੀ ਆ ਉੱਥੇ ਆਫਿਸ ਹੈ ਗੇਹੀ ਐਂਡ ਐਸੋਸੀਏਟਸ ਦਾ। ਔਰ ਉਸ ਤੋਂ ਬਾਅਦ ਜੈਕਸਨ ਹਾਈਟ ਆ ਜਾਈਏ ਕਿਉਂਕਿ ਆਪਾਂ ਅੱਜ ਜਿਹੜੇ ਸਾਡੀ ਟੀਮ ਮੈਂਬਰ ਹੈਗੇ ਆ ਉਹ ਸਾਨੂੰ ਜੁਆਇਨ ਕਰ ਰਹੇ ਹੈਗੇ, ਇੱਕ ਤਾਂ ਜੈਕਸਨ ਹਾਈਟ ਤੋਂ ਔਰ ਇੱਕ ਸਾਨੂੰ ਕਰ ਰਹੇ ਹੈਗੇ ਆ ਓਜ਼ਨ ਪਾਰਕ ਤੋਂ। ਤਾਂ ਓਜ਼ਨ ਪਾਰਕ, ਲਿਬਰਟੀ ਐਵਨਿਊ ਔਰ ਜੈਕਸਨ ਹਾਈਟ 74 ਸਟਰੀਟ ਬਹੁਤ ਮਸ਼ਹੂਰ ਹੈਗੀ ਆ, ਉੱਥੇ ਇਹਨਾਂ ਦੇ ਆਫਿਸ ਹੈਗੇ ਆ। ਆਪਾਂ ਉਹ ਸਾਰੀ ਗੱਲ ਕਰਾਂਗੇ ਤੇ ਆਓ ਪਹਿਲਾਂ ਆਪਾਂ ਨਿੱਘਾ ਸਵਾਗਤ ਕਰ ਲਈਏ। ਸੋ ਵੈਲਕਮ ਸ਼ੀਮਾ ਚੌਧਰੀ ਐਂਡ ਉਰਵਾ ਅਹਿਮਦ। ਨਮਸਕਾਰ ਜੀ। नमस्कार, सत श्री अकाल सबको। ਸੋ ਯੂ ਆਰ ਵੈਲਕਮ ਅਗੇਨ। ਲਾਸਟ ਵੀਕ ਵੀ ਆਪਾਂ ਕਾਫੀ ਗੱਲਾਂ ਕੀਤੀਆਂ ਸੀਗੀਆਂ ਸ਼ੀਮਾ ਜੀ ਔਰ ਉਰਵਾ ਜੀ। ਉਰਵਾ ਜੀ ਜਿਹੜੇ ਹੈਗੇ ਆ ਉਹ ਜੈਕਸਨ ਹਾਈਟ ਤੋਂ ਹੈਗੇ ਆ ਔਰ ਸ਼ੀਮਾ ਚੌਧਰੀ ਜਿਹੜੇ ਹੈਗੇ ਆ ਉਹ ਓਜ਼ਨ ਪਾਰਕ, ਲਿਬਰਟੀ ਐਵਨਿਊ, ਰਿਚਮੰਡ ਹਿੱਲ ਤੋਂ ਹੈਗੇ ਆ। ਲਾਸਟ ਟਾਈਮ ਆਪਾਂ ਨੇ ਐਡਰੈਸ ਵੀ ਦੱਸ ਦਿੱਤੇ ਸੀਗੇ ਕਿ ਜੈਕਸਨ ਹਾਈਟ ਵਿੱਚ ਐਡਰੈਸ ਕੀ ਪੈਂਦਾ ਹੈਗਾ ਔਰ ਓਜ਼ਨ ਪਾਰਕ ਦੇ ਵਿੱਚ ਐਡਰੈਸ ਕੀ ਪੈਂਦਾ ਹੈਗਾ। ਪਰ ਅੱਜ ਮੇਰੇ ਕੋਲ ਕੁਐਸਚਨ ਬਹੁਤ ਜ਼ਿਆਦਾ ਹੈਗੇ ਆ, ਆਪਾਂ ਉਹਨਾਂ ਵੱਲ ਵੀ ਚੱਲਣਾ ਹੈਗਾ ਆ। ਸੋ ਹੂ ਇਜ਼ ਰੈਡੀ ਫਰਸਟ, ਉਰਵਾ ਔਰ ਸ਼ੀਮਾ? Anyone. ਵੈਰੀ ਨਾਈਸ ਸਮਾਈਲ ਫੇਸ, ਦੈਟ ਇਜ਼ ਦ ਗੁੱਡ। ਕਿਉਂਕਿ ਤੁਹਾਨੂੰ ਵੀ ਪਤਾ ਕਿ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਗੱਲਾਂ ਬਾਤਾਂ ਚੱਲਦੀਆਂ ਹੈਗੀਆਂ ਆ। ਇਮੀਗ੍ਰੇਸ਼ਨ ਹੋ ਗਿਆ, ਅਸਾਈਲਮ ਹੋ ਗਿਆ, ਗ੍ਰੀਨ ਕਾਰਡ ਹੋ ਗਿਆ, ਡਾਈਵੋਰਸ ਹੋ ਗਿਆ, ਕਾਫੀ ਜ਼ਿਆਦਾ ਬੰਦੇ ਦੇ ਹਰੇਕ ਦੇ ਦਿਮਾਗ ਦੇ ਵਿੱਚ ਚੱਲਦਾ ਹੈਗਾ ਆ। ਸੋ ਸ਼ੀਮਾ ਚੌਧਰੀ from Ozone Park, Gehi and Associates, attorney at law, 104 Street, right? Shima Chaudhary, I have one question for you first. If my spouse dies, can I apply? अगर किसी का spouse मर जाता हैगा या कि वो green card ले जो ले apply कर सकते हैं क्या? जी वो still apply कर सकता है certain circumstances में। अगर पहले petition file किया हुआ होए फिर वो apply कर सकता है। हाँ, वो विडोअर पिटिशन उसका नाम होता है जी। उर्वा, अब आपके लिए एक क्वेश्चन है। आज ना मैं दोनों चीज़ करूँगा, स्पाउस की बात या कोई और बात है, हम असाइलम की बात भी करेंगे। और मगर लास्ट टाइम आपने एक डिवोर्स की बात की थी, राइट? जी। तो मुझे याद है, तो उसी सिलसिले में मुझे 1, 2, 4 क्वेश्चन मिले हैं कि जो मैं आपके साथ शेयर करना चाहता हूँ और आपसे पूछना चाहता हूँ। ठीक है। अगर कोई पर्सन इलीगल यहाँ पर है और उसकी शादी जो है, उसका जो स्पाउस है वो यूएस सिटीजन है, जी, वो इलीगल है, कैन दे स्टिल अप्लाई?
अगर वो इलीगल है वो फिर भी अप्लाई कर सकते हैं, बट लीगल एंट्री का ज़रूरत है। तो लीगल एंट्री का मतलब है कि पहले उनके पास वैलिड डॉक्यूमेंटेशन होना चाहिए और उनका वो फेस टू फेस कांटेक्ट होना चाहिए था कोई यूएस सिटीजन इमिग्रेशन ऑफिसर के साथ। सो इट्स कॉल्ड पैरोल्ड एंड एडमिटेड। तो इन दोनों चीज़ों का ज़रूरत है, बट अप्लाई कर सकते हैं। ओके ओके। मैं अपनी टेक्निकल टीम से ये थोड़ी दरख्वास्त करूँगा, रिक्वेस्ट टू मिस्टर जिमी, आई एम लिसनिंग लिटिल लो ऑडियो, कैन यू अप द ऑडियो प्लीज लिटिल बिट, थैंक यू। शीमा, आपके लिए क्वेश्चन है और ये क्वेश्चन अक्सर बहुत ज़्यादा है क्योंकि यहाँ पे अक्सर लोग जो हैं बॉर्डर क्रॉस करके आ जाते हैं या किसी तरह से भी यहाँ पहुँच जाते हैं। सो आई हैव अ क्वेश्चन, किसी का क्वेश्चन है कि इफ़ आई एंटर्ड विदाउट ए वीज़ा कैन आई अप्लाई फॉर एडजस्टमेंट? थोड़ा विस्तार में बताएं क्योंकि उनको पता चल सके, क्योंकि आजकल बहुत लोग जो हैं एक रास्ते से या दूसरे रास्ते से यहाँ एंटर कर रहे हैं, तो उनके लिए इमिग्रेशन के हिसाब से आप क्या कहना चाहेंगे? वो डिपेंड करता है कि कौन उनके लिए पटिशन कर रहा है। अगर स्पाउस पटिशन कर रहा है, अगर आप विदाउट वीजा आए हैं, आप स्टिल एडजस्टमेंट के लिए अप्लाई कर सकते हैं विद अ वेवर। उसका नाम है I-601A वेवर, लेकिन वो स्पाउस के लिए है और अगर और अदर सर्टेन कैटेगरीज, लेकिन not every category is eligible for I-601A waiver. So the general rule है कि वीजे के साथ एंटर होना चाहिए फॉर एडजस्टमेंट ऑफ स्टेटस, बिकॉज सारे लोग एलिजिबल नहीं होंगे वेवर के लिए। एक तो पीछे जो काफ़ी न्यूज़ में भी आ रहा था कि जो इधर टेक्सास की तरफ से वो बॉर्डर क्रॉस करके आ रहे थे लोग, उनके जिन परिवारों के साथ बच्चे भी उनके साथ थे, तो पहले तो ये होता था कि बच्चों को अलग से कर दिया और उनके पेरेंट्स अलग हो गए, और उसमें शायद ये हुआ था कि उसमें अमेंडमेंट हुई थी कि बच्चे जो है पेरेंट्स के साथ रह सकते हैं। तो वहाँ पे क्या पोजीशन चल रही है आजकल, क्या अपडेट है? अभी वो जब से ट्रम्प वो निकल गया ऑफिस से, थोड़ा बेहतर हो गया सिचुएशन, और लेकिन अभी तक उसकी सारी पॉलिसीज अभी गई नहीं है। तो अभी ऐसे चल रहा है सेपरेशन। ओके, तो अभी वो सेपरेशन ही चल रहा है कि वो बच्चों को अलग रखे, वो उनको अलग रख रहे हैं, क्योंकि अभी था कि शायद मिस्टर बाइडेन की गवर्नमेंट की तरफ से जो कुछ अनाउंसमेंट हो रही है कि हाँ बच्चे जो हैं अपने पेरेंट्स के साथ रह सकते हैं जितनी देर में कोई केस की सुनवाई या कुछ ऐसा सामने नहीं आता है। जी ओके, सो उर्वा, आपसे फिर वही, अब आपके साथ मैं सारी बातें जो है स्पाउस के बारे में बात करूंगा। शीमा चौधरी जी स्माइल दे रहे हैं थोड़ी थोड़ी। सो अगर एक बंदे का कहना है कि मेरा स्पाउस सिटीजन है, हमारी शादी के कितनी देर बाद मैं अपने स्पाउस को स्पॉन्सरशिप के लिए फाइल कर सकता हूँ? तो वैसे तो आप जब कभी भी कर सकते हैं स्पॉन्सरशिप अपने स्पाउस के लिए, लेकिन अगर आप 2 साल से पहले, मतलब अगर इट्स बिन लेस देन 2 years कि आपकी शादी हुई है, देन आपको कंडीशनल ग्रीन कार्ड मिलेगा। तो इस कंडीशनल ग्रीन कार्ड 2 साल के लिए तकरीबन जायज़ है, लेकिन उसके बाद वो देखेंगे कि आपका शादी, आपका जोड़ी वाकई ऑनेस्ट है, बोनाफाइड है, और फिर उसके बाद वो कंडीशन रिमूव कर लेते हैं। लेकिन अगर 2 साल से ज़्यादा है, then it will be like a regular 10-year green card. ओके, सो मेरे जो दर्शक हैं वो सुन रहे हैं कि हम जो बात कर रहे हैं गल इस तरह हैगी आ कि अज असी एक पासे तो गल कर रहे हैं कि जिहड़े मैरिज के केसिस हैगे आ उस दे विच की कंडीशनस होंदियां हैगियां, किस तरीके दे नाल तुसीं अप्लाई कर सकते हैगे आ, और दूसरे पासे
कि अगर किसी भी इमीग्रेशन ਦੇ ਵਿੱਚ ਕਿਸੇ ਸਟੇਟਸ ਦੀ ਐਡਜਸਟਮੈਂਟ ਕਰਾਣੀ ਹੈਗੀ ਆ ਉਹਦੇ ਲਈ ਸਾਨੂੰ ਜਵਾਬ ਦੇ ਰਹਿ ਗਿਆ ਸ਼ੀਮਾ ਚੌਧਰੀ। ਔਰ ਸਪਾਊਸਿਸ ਦੇ ਬਾਰੇ ਜਿੰਨੀਆਂ ਅਸੀਂ ਗੱਲਾਂ ਕਰ ਰਹੇ ਹੈਗੇ ਆ ਸਾਨੂੰ ਉਰਬਾ ਅਹਿਮਦ ਜਿਹੜੇ ਹੈਗੇ ਉਹਦੇ ਜਵਾਬ ਦੇ ਰਹੇ ਹੈਗੇ ਆ। ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ, ਇਹਨਾਂ ਦੇ ਆਫਿਸ ਦੇ ਵਿੱਚ ਜਦੋਂ ਤੁਸੀਂ ਕਾਲ ਕਰਦੇ ਹੈਗੇ ਆ ਤੁਹਾਡੀ ਜਿਹੜੀ ਉਹਨਾਂ ਨਾਲ ਗੱਲਬਾਤ ਹੈਗੀ ਆ ਉਹ ਫ੍ਰੀ ਹੈਗੀ ਆ। ਅਪਾਇੰਟਮੈਂਟ ਪਹਿਲੀ ਜਿਹੜੀ ਹੈਗੀ ਆ ਤਾਂ ਤੁਸੀਂ ਉੱਥੇ ਕਾਲ ਕਰਕੇ ਆਪਣੇ ਕੋਈ ਵੀ ਕੁਐਸਚਨ ਹੈਗੇ ਆ ਉਹ ਡਿਸਕਸ ਕਰ ਸਕਦੇ ਹੈਗੇ ਆ। ਅਗਰ ਤੁਸੀਂ ਓਜਨ ਪਾਰਕ ਦੇ ਵਿੱਚ ਕਾਲ ਕਰਦੇ ਹੈਗੇ ਉੱਥੇ ਨੰਬਰ ਹੈਗਾ 7185770711। ਰਿਚਮੰਡ ਹਿੱਲ ਲਿਬਰਟੀ ਐਵਨਿਊ ਦੇ ਉੱਤੇ 104 ਸਟਰੀਟ ਦੇ ਉੱਤੇ ਆਫਿਸ ਹੈ ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ ਦਾ। ਔਰ ਉੱਥੇ ਤੁਹਾਨੂੰ NM ਗੇਹੀ ਵੀ ਮਿਲ ਸਕਦੇ ਹੈਗੇ ਆ। ਉਹ ਅਪਾਇੰਟਮੈਂਟ ਦੇ ਉੱਤੇ ਕਿ ਕੋਈ ਡਿਫਰੈਂਟ ਆਫਿਸ ਦੇ ਵਿੱਚ ਜਾਂਦੇ ਹੈਗੇ, ਉਹਨਾਂ ਦੀ ਟਾਈਮਿੰਗ ਹੈਗੀ। ਅਗਰ ਤੁਸੀਂ ਉਹਨਾਂ ਨਾਲ ਵੀ ਗੱਲ ਕਰਨੀ ਚਾਹੁੰਦੇ ਹੈਗੇ ਆ ਤਾਂ ਤੁਸੀਂ ਅਪਾਇੰਟਮੈਂਟ ਬਣਾ ਕੇ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੈਗੇ ਆ। ਔਰ ਅਗਰ ਤੁਸੀਂ ਜੈਕਸਨ ਹਾਈਟ ਦੇ ਵਿੱਚ ਸ਼ੀਮਾ ਚੌਧਰੀ ਸ਼ੀਮਾ ਜੀ ਨਾਲ ਗੱਲ ਤੁਸੀਂ ਲਿਬਰਟੀ ਐਵਨਿਊ ਤੇ ਕਰਦੇ ਹੈਗੇ ਆ ਔਰ ਉਰਬਾ ਅਹਿਮਦ ਦੇ ਨਾਲ ਅਗਰ ਗੱਲ ਕਰਨੀ ਹੈ ਜੈਕਸਨ ਹਾਈਟ ਦੇ ਵਿੱਚ ਤੁਸੀਂ ਕਾਲ ਕਰ 7182635999। ਉਰਬਾ ਜੀ ਔਰ ਸ਼ੀਮਾ ਜੀ ਤੁਹਾਡੇ ਨਾਲ ਇਸ ਤਰੀਕੇ ਨਾਲ ਹੀ ਆਪਾਂ ਹੋਰ ਕੁਐਸਚਨ ਕਰਾਂਗੇ ਮਗਰ ਥੋੜਾ ਜਿਹਾ ਟਾਈਮ ਹੋ ਰਿਹਾ ਹੈ ਬ੍ਰੇਕ ਦਾ। ਸੋ ਪਿਆਰੇ ਦਰਸ਼ਕੋ ਤੁਹਾਨੂੰ ਮੈਂ ਐਡਰੈਸ ਦੇਤੇ ਹੈਗੇ ਆ ਔਰ ਨੰਬਰ ਦੇਤੇ ਹੈਗੇ ਆ। ਮਿਲਦੇ ਹਾਂ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪਿਆਰੇ ਦਰਸ਼ਕੋ ਇੱਕ ਵਾਰ ਤੁਹਾਡਾ ਫੇਰ ਨਿੱਘਾ ਸਵਾਗਤ ਹੈਗਾ ਆ। ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਇਹ ਜਿਹੜਾ ਸ਼ੋਅ ਹੈਗਾ ਲਾਈਵ ਚੱਲ ਰਿਹਾ ਹੈਗਾ ਆ। ਤੁਸੀਂ ਇਹਦੇ ਵਿੱਚ ਆਪਣੀ ਕਾਲ ਕਰ ਸਕਦੇ ਹੈਗੇ ਆ। ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ ਲਾਈਵ ਕਾਲ ਕਰਨ ਦੇ ਲਈ। ਔਰ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕੋਈ ਵੀ ਕੁਐਸਚਨ ਹੈਗਾ, ਕੋਈ ਵੀ ਲੀਗਲ ਮੈਟਰ ਹੈਗਾ, ਤੁਸੀਂ ਹੁਣ ਕਾਲ ਕਰ ਸਕਦੇ ਹੈਗੇ ਆ ਔਰ ਤੁਹਾਡੇ ਜਵਾਬ ਦੇਣ ਦੇ ਲਈ ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ ਦੀ ਟੀਮ ਸਾਡੇ ਨਾਲ ਇਸ ਵੇਲੇ ਲਾਈਵ ਜੁੜੀ ਹੋਈ ਹੈਗੀ ਆ ਸਕਾਈਪ ਦੇ ਉੱਤੇ, ਜ਼ੂਮ ਦੇ ਉੱਤੇ। ਔਰ ਉਹ ਤੁਹਾਡੇ ਕੁਐਸਚਨਾਂ ਦੇ ਜਵਾਬ ਦੇਣਗੇ। ਔਰ ਜਿਹੜੇ ਮੇਰੇ ਕੋਲ ਕੋਈ ਸਵਾਲ ਹੈਗੇ ਆ ਮੈਂ ਉਹਨਾਂ ਨੂੰ ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਪ੍ਰਤੀ ਉਹਨਾਂ ਨੂੰ ਕੁਐਸਚਨ ਕਰ ਰਿਹਾ ਹੈਗਾ ਆ ਕਿ ਅਗਰ ਕਿਸੇ ਦੀ ਆਹ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਦਾ ਕੀ ਆਨਸਰ ਹੈਗਾ। ਮਗਰ ਇਹ ਲਾਈਵ ਸ਼ੋਅ ਹੈਗਾ, ਤੁਸੀਂ ਕਾਲ ਕਰ ਸਕਦੇ ਹੈਗੇ ਆ। ਹਰ ਬੁੱਧਵਾਰ ਨੂੰ ਸ਼ਾਮ ਨੂੰ 6:35 ਤੇ ਅਸੀਂ ਇਹ ਲਾਈਵ ਸ਼ੋਅ ਲੈ ਕੇ ਆਉਂਦੇ ਹੈਗੇ ਆ ਗੇਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ ਦੀ ਟੀਮ ਦੇ ਨਾਲ। ਔਰ ਜ਼ਰੂਰੀ ਮੈਨੂੰ ਪਤਾ ਕਿ ਤੁਸੀਂ ਇਹ ਵੀ ਵੇਟ ਕਰ ਰਹੇ ਕਿ NM ਗੇਹੀ ਕਦੋਂ ਸਾਡੇ ਨਾਲ ਸਕਰੀਨ ਤੇ ਜੁੜਨਗੇ। ਉਹਨਾਂ ਨੂੰ ਵੀ ਇਨਵਾਈਟ ਕਰਾਂਗੇ ਕਿਉਂਕਿ ਕੋਵਿਡ ਦੀ ਵਜ੍ਹਾ ਕਰਕੇ ਕੁਝ ਸਕਾਈਪ ਦੇ ਉੱਤੇ ਅਸੀਂ ਚੱਲ ਰਹੇ ਹੈਗੇ ਅਤੇ ਕੁਝ ਥੋੜ੍ਹੀਆਂ ਜਿਹੜੀਆਂ ਵਿੱਚ ਬੰਦਿਸ਼ਾਂ ਹੈਗੀਆਂ। ਵੈਸੇ ਤਾਂ ਕੋਵਿਡ ਹੁਣ ਹੋ ਚੁੱਕਾ ਹੈਗਾ ਆ ਪਰ ਫਿਰ ਵੀ ਪ੍ਰੀਕਾਸ਼ਨਸ ਬਹੁਤ ਜ਼ਰੂਰੀ ਹੈਗੇ ਆ। ਔਰ ਇਹਦੇ ਵਿੱਚ ਮੈਂ ਦੱਸਦਾ ਕਿ ਜਿਹੜੇ ਕੋਵਿਡ ਦੇ ਲਈ ਕੋਈ ਵੀ ਵੈਕਸੀਨ ਹੈਗੀ ਆ ਉਹ ਜ਼ਰੂਰ ਲੈ ਲਓ। ਇਹ ਵੀ ਇੱਕ ਇਮੀਗ੍ਰੇਸ਼ਨ ਦਾ ਹਿੱਸਾ ਹੀ ਹੈਗਾ ਆ। ਨਹੀਂ ਤਾਂ ਜਹਾਜ਼ ਦੇ ਵਿੱਚ ਤੁਹਾਨੂੰ ਪਤਾ ਕਿ ਬਿਲਕੁਲ ਐਨ ਉਸ ਤਰੀਕੇ ਨਾਲ ਹੀ ਜਾਣਾ ਪੈਂਦਾ ਹੈ। ਤਾਂ ਆਓ ਆਪਾਂ ਇੱਕ ਫਿਰ ਵੈਲਕਮ ਕਰਦੇ ਹੈਗੇ ਆ। ਵੈਲਕਮ ਸ਼ੀਮਾ ਜੀ ਔਰ ਉਰਵਾ ਜੀ, ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈਗਾ। ਉਰਵਾ ਤੁਹਾਡੇ ਲਈ ਇੱਕ ਕੁਐਸਚਨ ਹੈਗਾ, ਬਹੁਤ ਹੀ ਪਿਆਰਾ ਕੁਐਸਚਨ ਹੈਗਾ ਉਹ, ਮਗਰ ਬੜਾ ਇੱਕ ਕਹਿੰਦੇ ਨੇ ਬੜਾ ਟਿਪੀਕਲ ਜਿਹਾ ਇੱਦਾਂ ਘੁੰਮਵਾ ਜਿਹਾ ਕੁਐਸਚਨ ਹੈ ਕਿ ਇੱਕ ਸਪਾਊਸ ਜਿਹੜਾ ਹੈਗਾ ਆ ਜਾਂ ਇੱਕ ਸਿਟੀਜ਼ਨ ਬੰਦਾ ਜਿਹੜਾ ਹੈਗਾ ਆ ਆਪਣੇ ਸਪਾਊਸ ਦੇ ਲਈ ਗ੍ਰੀਨ ਕਾਰਡ ਅਪਲਾਈ ਕਰਨਾ ਚਾਹੁੰਦਾ ਹੈਗਾ, ਰਾਈਟ, ਪਰ ਉਹਨਾਂ ਦਾ ਇਨਕਮ ਸੋਰਸ ਜਿਹੜਾ ਹੈਗਾ ਦੈਟਸ ਵੈਰੀ ਲੋ, ਬਹੁਤ ਜ਼ਿਆਦਾ ਘੱਟ ਹੈਗਾ ਆ। ਔਰ ਕੀ ਉਹ ਐਲੀਜੀਬਲ ਨੇ ਅਗਰ ਉਹਨਾਂ ਨੇ ਆਪਣੇ ਸਪਾਊਸ ਦੀ ਫਾਈਲ ਜਾਂ ਗ੍ਰੀਨ ਕਾਰड ਲਈ ਅਪਲਾਈ ਕਰਨਾ ਹੈਗਾ? वैसे तो एक रिक्वायरमेंट होती है एनुअल इनकम का रिक्वायरमेंट अगर आप अपने स्पाउस को स्पॉन्सर करना चाहते हैं, लेकिन अगर आप उस रिक्वायरमेंट नहीं मीट कर सकते, जैसे आपने बोला वो इनकम काफी लो है जी, ये भी कर सकते हो कि आप एक जॉइंट स्पॉन्सर भी ले सकते हो। मतलब कोई बंदा आपका फैमिली में जो रहता है, आपके घर में जो रहता है, वो आपके साथ मिल सकते हैं और जॉइंट स्पॉन्सर बन सकते हैं, तो ताकि आप दोनों अपना इनकम दिखा के आप वो रिक्वायरमेंट मीट कर सकते हो और फिर उस स्पाउस को स्पॉन्सर कर सकते हो। लेकिन ये ज़रूरत है कि वो जो भी आप जिसके साथ आप जॉइंट स्पॉन्सरशिप कर रहे हो उनको डेफिनेटली उनका ऑथराइजेशन चाहिए और उनने भी कहना है कि
हाँ जी मैं आपके साथ ये स्पॉन्सर करूंगा और ये मेरा काम है और मैं कर सकता हूँ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਹੈਗਾ ਕਿ ਅਗਰ ਜਿਹੜਾ ਬੰਦਾ ਇੱਥੇ ਸਿਟੀਜ਼ਨ ਹੈਗਾ ਆ ਉਹ ਆਪਣੇ ਸਪਾਊਸ ਨੂੰ ਸਪਾਂਸਰ ਕਰਨਾ ਚਾਹੁੰਦਾ, ਉਹਦੀ ਇਨਕਮ ਜਿਹੜੀ ਹੈਗੀ ਆ ਬਹੁਤ ਲੋ ਹੈਗੀ ਆ, ਤਾਂ ਉਹਦੇ ਨਾਲ ਕੋ ਸਾਈਨਰ ਯਾਨੀ ਕਹਿੰਦਾ ਮਤਲਬ ਕੋਈ ਵੀ ਸਪਾਊਸ ਉਹਨਾਂ ਨੂੰ ਸਪਾਂਸਰ ਕਰ ਸਕਦੇ, ਕਿ ਚਾਹੇ ਉਹਨਾਂ ਦੇ ਮੰਮੀ ਪਾਪਾ ਹੋ ਸਕਦੇ ਆ। ਮੰਨ ਲਓ ਜੇ ਲੜਕੇ ਨੇ ਕਿਸੇ ਲੜਕੀ ਨੂੰ ਸਪਾਂਸਰ ਕਰਨਾ ਆਪਣੇ ਸਪਾਊਸ ਦੀ ਜਿਹੜੀ ਲੜਕੀ ਹੈਗੀ ਆ, ਤਾਂ ਜਾਂ ਉਹਦੇ ਬ੍ਰਦਰ ਸਿਸਟਰ ਕੋਈ ਵੀ ਜਿਹੜੇ ਉਹਦੇ ਨਾਲ ਹੈਗੇ ਆ, ਜਿਹੜੇ ਉਹਨੂੰ ਪੈਸਾ ਦੇ ਸਕਦੇ, ਉਹਦੇ ਨਾਲ ਪੈਸਾ ਲਗਾ ਸਕਦੇ ਹੈਗੇ ਆ। ਸੋ ਦੇ ਕੈਨ ਹੈਲਪ them, ਰਾਈਟ? हाँ जी, इसको जॉइंट स्पॉन्सर कहते हैं। जॉइंट स्पॉन्सर, ओके ओके। उर्वा, आपका सवाल तो हो गया, अभी मैं बात सीमा जी से करूंगा। सीमा जी कुछ सोच रही हैं कि इसके बारे में क्या कहा जा सकता है। सीमा जी, आपके लिए जो मेरे पास क्वेश्चन है ये है कि इमिग्रेशन कोर्ट के अंदर, इमिग्रेशन का कोर्ट है, उसमें किसी का कोई भी केस चल रहा है इमिग्रेशन के लिए, तो कोई बंदा जो है अपनी एडजस्टमेंट के लिए इमिग्रेशन कोर्ट के अंदर अप्लाई कर सकता है? जी, वो अप्लाई कर सकता है, बट जज के साथ। वो जो I-130 होती है स्पाउसल की, वो सिर्फ USCIS वो सिर्फ डिसीजन बना सकते हैं, लेकिन जज I-485 ग्रीन कार्ड एप्लीकेशन का डिसीजन बताएगा। जज के पास सारा जाएगा वो ग्रीन कार्ड एप्लीकेशन का डिसीजन, ओके। अगर वो कोर्ट प्रोसीडिंग्स में है बंदा। तो इसमें क्या होता है कि अब जब उसने कोई केस अपना अप्लाई किया, उसमें कुछ प्रॉब्लम आ जाती है कि जिसके लिए उसको फिर इसमें एडजस्टमेंट करनी पड़ जाती है? वो इमिग्रेशन कोर्ट प्रोसीडिंग्स में बंदा सेवरल रीजन के लिए होता है। सम लोग बॉर्डर पे कैच हो जाते हैं, सम लोग कंट्री में रहते हैं मे बी 5-6 ईयर्स और फिर एक दिन इमिग्रेशन उनको ले लेता है, और सम लोगों के पास पहले USCIS ग्रीन कार्ड अप्लाई किया है, फिर उन्होंने कोई फॉर वेरी सम रीजन कोर्ट में आ जाता है। डिफरेंट वेज में इमिग्रेशन कोर्ट बंदा पहुंच सकता है। ओके, सो दैट्स रियली बड़ा कंफ्यूजिंग वाला सिस्टम है सारा इमिग्रेशन के अंदर, यहाँ से कहाँ। कई बार तो ये होता है कि लोग अपने घरों में खुद ही अटर्नी बने हुए होते हैं, तो वो कहते हैं ठीक है मैंने अप्लाई किया था, मुझे ग्रीन कार्ड मिला, मैंने ये फॉर्म जो था फिल किया था, ऐसे किया था, मगर कहीं पे भी कोई त्रुटि रह जाए तो केस किसी तरह से ट्विस्ट कर सकता है, किसी दूसरी तरफ भी जा सकता है। सो प्यारे दर्शकों, बहुत ਜ਼ਰੂਰੀ ਹੈਗਾ कि अगर ਤੁਸੀਂ ਇਮੀਗ੍ਰੇਸ਼ਨ ਦੇ ਲਈ ਕੁਝ ਵੀ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਗ੍ਰੀਨ ਕਾਰਡ ਹੈ, ਚਾਹੇ ਤੁਸੀਂ ਵਿਆਹ ਦੇ ਮਾਮਲੇ ਵਿੱਚ ਅਪਲਾਈ ਕਰਨਾ, ਚਾਹੇ ਅਸਾਲਮ ਦੇ ਕੇਸ ਦੇ ਲਈ ਕਰਨਾ ਹੈਗਾ, ਉਹਦੇ ਵਿੱਚ ਤੁਹਾਨੂੰ ਇੱਕ ਸਹੀ ਵਕੀਲ ਦੀ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈਗੀ ਆ। ਕੋਈ ਐਸੀ ਗੱਲ ਨਹੀਂ ਹੁੰਦੀ। ਅਗਰ ਤੁਸੀਂ ਗੇਹੀ ਐਂਡ ਐਸੋਸੀਏਟਸ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰਦੇ ਹੈਗੇ ਆ, ਉਹਨਾਂ ਨਾਲ ਥੋੜ੍ਹਾ ਡਿਸਕਸ ਕਰੋ। अगर ਤੁਹਾਨੂੰ लगता हैगा कि ਤੁਹਾਨੂੰ कुछ तसल्ली हो रही हैगी, दैन मेक अपॉइंटमेंट ਤਾਂ ਉਹਨਾਂ ਦੇ ਆਫਿਸ 'ਚ ਪਹੁੰਚੋ। ਆਫਿਸ 'ਚ ਨਹੀਂ ਪਹੁੰਚ ਸਕਦੇ, ਉਹ ਤੁਹਾਨੂੰ ਜ਼ੂਮ ਰਾਹੀਂ ਜਾਂ ਤੁਹਾਨੂੰ ਫੋਨ ਰਾਹੀਂ ਦੱਸ ਸਕਦੇ ਹੈ ਕਿ ਤੁਹਾਨੂੰ ਕਿਹੜੇ ਫਾਰਮ ਚਾਹੀਦੇ ਹੈਗੇ, ਕਿੱਥੇ ਤੁਸੀਂ ਗਲਤੀ ਕਰ ਰਹੇ ਹੈਗੇ ਆ, ਤਾਂ ਬੈਠ ਕੇ, ਕਿਉਂਕਿ ਸਟੇਟਸ ਬੰਦੇ ਦਾ ਇਸ ਕੰਟਰੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਉਸ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਨਾ ਤੁਸੀਂ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੈਗੇ ਆ, ਨਾ ਤੁਸੀਂ ਗੱਡੀ ਚਲਾ ਸਕਦੇ ਹੈਗੇ ਆ, ਨਾ ਘਰ ਲੈ ਸਕਦੇ ਆ। ਠੀਕ ਹੈ ਕਿ ਲੋਕੀ ਕਹਿੰਦੇ ਕਿ ਆਹ ਕਰ ਲਓ, ਮਗਰ ਹੁਣ ਕੋਵਿਡ ਤੋਂ ਬਾਅਦ ਜਾਂ ਕੋਵਿਡ ਦੇ ਦਰਮਿਆਨ ਇਸ ਵੇਲੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਸੇਫ ਰੱਖਣ ਦੇ ਲਈ ਤੁਹਾਡੇ ਕੋਲ ਲੀਗਲ ਸਟੇਟਸ ਹੋਣਾ ਬਹੁਤ ਹੀ ਜ਼ਰੂਰੀ ਹੈਗਾ। ਚਾਹੇ ਵਿਆਹ ਕਰਾ ਲਓ, ਵਿਆਹ ਦੀ ਹੁਣ ਗੱਲ ਆਈ ਹੈਗੀ ਤਾਂ ਆਪਾਂ ਫਿਰ ਉਰਵਾ ਦੇ ਨਾਲ ਇੱਕ ਸਵਾਲ ਕਰ ਲੈਂਦੇ ਹੈਗੇ ਸ਼ੇਅਰ। ਉਰਵਾ, ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਅਗਰ ਉਹਨਾਂ ਨੂੰ ਜ਼ਰੂਰਤ ਪੈਂਦੀ ਹੈਗੀ ਆ ਤਾਂ ਉਹਦੇ ਲਈ ਕੋ ਸਾਈਨਰ ਜਾਂ ਕਲਮਾ ਜੁਆਇੰਟ ਜਿਹੜਾ ਫਾਈਨੈਂਸ ਦਾ ਜਿਹੜਾ ਉਹ ਚੱਲ ਸਕਦਾ ਹੈਗਾ ਆ। ਅਗਰ ਕਿਸੇ ਬੰਦੇ ਦੇ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਹੈਗਾ ਆ ਔਰ ਉਹਦੇ ਸਪਾਊਸ ਦੇ ਨਾਲ ਕੱਲ੍ਹ ਵਾਲੀ ਉਹਦੇ ਨਾਲ ਆਪਣੀ ਗੱਲ ਹੋ ਗਈ ਕਿ ਉਹ ਡਿਵੋਰਸ ਜਾਂ ਲੜਾਈ ਦੇ ਝਗੜੇ ਦੇ ਗੱਲਬਾਤ ਹੋ ਗਈ ਹੈਗੀ ਆ, ਤਾਂ ਉਸ ਵੇਲੇ रिलेशन जो खराब है गया तो की हो सकता हैगा? तो हम अभी कोविड की वजह से, जैसे मैंने पहले बताया था, डिवोर्स का रेट काफी हाई हो गया और डोमेस्टिक वायलेंस, डोमेस्टिक अब्यूज का भी रेट काफी हाई हो गया। इसलिए सब घर में फंसे हुए हैं और लड़ाई झगड़ा होता रहता है। तो अगर कोई इस पोजीशन में है कि वो उनने ग्रीन कार्ड एप्लीकेशन का शुरू किया है, लेकिन वो कंडीशनल वाला है,
और इसकी वजह से लड़ाई झगड़ा की वजह से उनको लगता है कि उनका स्पाउस पूरा कंप्लीट नहीं करेगा उनके साथ, इंटरव्यू में नहीं बैठेगा उनके साथ, तो हमारे ऑफिस ये भी कर सकते हैं कि हम एक वावा एप्लीकेशन अप्लाई कर सकते हैं उनके लिए। मतलब उनको उस स्पाउस जो सिटीजन है उनकी ज़रूरत नहीं पड़ेगी, और हम ये दिखा सकते हैं कि वो रिलेशनशिप काफ़ी अब्यूसिव थी, वो वर्कआउट नहीं हुआ उन दोनों के साथ, तो इसकी वजह से अब बस एक पर्सन अपना करना चाहता है, लेकिन पहले उनने ज्वाइंट किया, लेकिन अब इसकी वजह से ये लड़ाई झगड़ा की वजह से अब ये अकेला कर रहा है। उर्वा, हम आउट ऑफ टाइम जा रहे हैं, बंद करने वाले, मगर बीच में कॉल आ रही थी मगर कट गई है। जो भी कॉलर है उनको मैं कहांगा कि वो कॉल कर सकते हैं। ਜਿਹੜੇ ਨੰਬਰ ਹੈਗੇ ਆ ਤੁਸੀਂ ਦੇਖ ਰਹੇ ਸਕਰੀਨ ਦੇ ਉੱਤੇ। ਹੁਣ ਸਾਡੇ ਸਟੂਡੀਓ ਦੇ ਨੰਬਰ ਤੇ ਨਹੀਂ, ਮਗਰ ਤੁਸੀਂ ਹੈਗੇ ਆ ਕਿ ਗਈਐਨ ਐਸੋਸੀਏਟ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੈਗੇ ਆ। ਇੱਕ ਫਟਾਫਟ ਮੈਂ ਪੁੱਛੇ ਲੈਣ ਨਾਲ ਕੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਮੈਂ ਟੀਵੀ ਸੈਂਟਰ ਫੋਨ ਲਾਇਆ ਸੀ। ਹਾਂਜੀ ਹਾਂਜੀ ਲਾਇਆ ਸੀ ਤੁਸੀਂ। ਇਮੀਗ੍ਰੇਸ਼ਨ ਦੀ ਗੱਲ ਚੱਲਦੀ ਹੈਗੀ ਆ ਗਈਐਨ ਐਸੋਸੀਏਟ ਦੀ, ਮਗਰ ਇਹ ਹੈ ਕਿ ਟਾਈਮ ਪੂਰਾ ਹੋ ਚੁੱਕਾ ਹੈਗਾ। ਤੁਸੀਂ ਕਾਲ ਤੇ ਜੁੜੇ ਰਹੋ, ਮੈਂ ਤੁਹਾਡੀ ਗੱਲ ਕਰਵਾਉਣਾ ਹੈਗਾ ਆ। ਤਾਂ ਮਗਰ ਸਾਨੂੰ ਥੋੜੀ ਇਜਾਜ਼ਤ ਲੈਣੀ ਪੈਣੀ ਕਿਉਂਕਿ ਟਾਈਮ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਨੂੰ ਹੋਲਡ ਕਰਨ ਲੱਗਾ, ਜਾਈਓ ਨਾ, ਫੋਨ ਨਾ ਕੱਟਿਓ, ਠੀਕ ਹੈ ਜੀ? ਹੋਲਡ ਰੱਖੋ। ਓਕੇ ਓਕੇ, ਥੈਂਕ ਯੂ ਉਰਵਾ ਐਂਡ ਸ਼ੀਮਾ ਕਿ ਯੂ ਗਿਵ ਅਸ ਦ ਟਾਈਮ ਫॉर ਟੁਡੇ। ਔਰ ਅਗਲੇ ਹਫਤੇ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ। ਸੋ ਮੈਂ ਟੈਲੀਫੋਨ ਨੰਬਰ ਤੁਹਾਡੇ ਦੱਸ ਦਿੱਤੇ ਹੈਗੇ ਆ। ਤੁਹਾਨੂੰ ਕੋਈ ਵੀ ਕਾਲ ਆਉਂਦੀ ਹੈਗੀ ਆ ਜਸ ਪੰਜਾਬੀ ਦੇ ਹਵਾਲੇ ਨਾਲ, ਜਾਂ ਵੈਸੇ ਵੀ ਯੂ ਆਰ ਡੂਇੰਗ ਵੈਰੀ ਗੁੱਡ work for the all community. Thank you very much. Thank you. प्यारे दोस्तों, ਤੁਹਾਨੂੰ ਮੈਂ ਨੰਬਰ ਪਹਿਲੇ ਵੀ ਦੱਸ ਦਿੱਤਾ, ਮੈਂ ਫਿਰ ਵੀ ਦੱਸਣਾ ਕਿ ਗੇਹੀ ਐਂਡ ਐਸੋਸੀਏਟਸ ਅਟਰਨੀਜ਼ ਐਟ ਲਾਅ ਦੇ ਲਿਬਰਟੀ ਐਵਨਿਊ ਦੇ ਉੱਤੇ ਸਾਡੇ ਨਾਲ ਗੱਲ ਹੋ ਰਹੀ ਸੀਗੀ, ਔਰ ਜੈਕਸਨ ਹਾਈਟ ਤੋਂ ਗੱਲ ਹੋ ਰਹੀ ਸੀਗੀ। ਦੋਨਾਂ ਨੰਬਰ ਦਾ 7185770711 ਲਿਬਰਟੀ ਐਵਨਿਊ ਔਰ 7182635999 ਇਹ ਜੈਕਸਨ ਹਾਈਟ ਦਾ ਨੰਬਰ ਹੈਗਾ ਆ। ਅਗਲੇ ਹਫਤੇ ਤੁਹਾਡੇ ਨਾਲ फिर मुलाकात होएगी। अपने सवाल तैयार रखो। संगण वाली गल नहीं, यह लाइव शो चलता है हर बुधवार को 6:35 से गुरबाणी तो बिल्कुल बाद जस पंजाबी के उत्ते। दिओ इजाजत, रब रखा।